Okay, so we have writing section A. जस्ट पहला ਆਪਾਂ ਡੈਫ ਕੈਨੇਡਾ ਰਾਈਟਿੰਗ ਸੈਕਸ਼ਨ A ਤੇ ਹੀ ਫੋਕਸ ਕਰਾਂਗੇ। ਸੋ ਜਿਹੜਾ ਰਾਈਟਿੰਗ ਸੈਕਸ਼ਨ A ਹੈ ਵੀ ਹੈਵ 25 ਮਿੰਟਸ, ਠੀਕ ਹੈ। ਸੋ ਆਪਾਂ ਨੂੰ ਜਸਟ 25 ਮਿੰਟਸ ਮਿਲਦੇ ਨੇ ਤੇ ਆਪਾਂ ਨੇ ਵਿਦਿਨ 25 ਮਿੰਟਸ ਹੀ ਆਪਣਾ ਰਾਈਟਿੰਗ ਸੈਕਸ਼ਨ A ਕੰਪਲੀਟ ਕਰਨਾ ਹੁੰਦਾ। ਆਲਸੋ ਵਨ ਮੋਰ ਥਿੰਗ, ਜਿਹੜਾ ਦੂਜਾ ਰਾਈਟਿੰਗ ਸੈਕਸ਼ਨ B ਹੈ ਉਹਦੀ ਟਾਈਮ ਲਿਮਿਟ ਹੁੰਦੀ ਹੈ 35 ਮਿੰਟਸ, ਠੀਕ ਹੈ। ਸੋ ਬੇਸਿਕਲੀ ਲੈਟਸ ਸੇ ਆਪਾਂ ਨੇ 25 ਮਿੰਟਸ ਦਾ ਰਾਈਟਿੰਗ ਸੈਕਸ਼ਨ ਇਹ ਹੈ ਤੇ ਆਪਾਂ 20 ਮਿੰਟਸ ਹੀ ਕੰਪਲੀਟ ਕਰ ਲੈਂਦੇ ਆ ਜਾਂ 15 ਮਿੰਟਸ ਵਿੱਚ ਹੀ ਕੰਪਲੀਟ ਕਰ ਲੈਂਦੇ ਆ। ਤਾਂ ਆਪਾਂ ਮਤਲਬ ਆਫਟਰ ਕੰਪਲੀਟਿੰਗ ਆਪਾਂ ਜੰਪ ਨਹੀਂ ਕਰ ਸਕਦੇ ਔਨ ਰਾਈਟਿੰਗ ਸੈਕਸ਼ਨ B। ਆਪਾਂ ਨੂੰ 25 ਮਿੰਟਸ ਕੰਪਲੀਟ ਹੋਣ ਦਾ ਵੇਟ ਕਰਨਾ ਪਊ, ਫਿਰ ਹੀ ਆਪਾਂ ਨੂੰ ਨੈਕਸਟ ਜਿਹੜੀ ਸਕਰੀਨ ਸ਼ੋ ਹੋਏਗੀ ਜਿਹਦੇ ਉੱਤੇ ਆਪਾਂ ਰਾਈਟਿੰਗ ਸੈਕਸ਼ਨ B ਅਟੈਂਪਟ ਕਰਾਂਗੇ, ਠੀਕ ਹੈ। ਸੋ ਬੇਸਿਕਲੀ ਤੁਸੀਂ ਆਪਣੇ 25 ਮਿੰਟਸ ਯੂਟੀਲਾਈਜ਼ ਕਰਨੇ ਨੇ ਇਨ ਅ ਵੈਰੀ ਐਫੀਸ਼ੀਐਂਟ ਮੈਨਰ, ਕਿਉਂਕਿ ਜੇ ਤੁਸੀਂ ਚਾਹੇ ਘੱਟ ਟਾਈਮ 'ਚ ਲਿਖੋ ਚਾਹੇ ਵੱਧ ਟਾਈਮ 'ਚ, 25 ਮਿੰਟਸ ਜਦੋਂ ਕੰਪਲੀਟ ਹੋਣਗੇ ਉਦੋਂ ਹੀ ਤੁਹਾਨੂੰ ਜਿਹੜਾ ਫਰਦਰ ਨੈਕਸਟ ਸੈਕਸ਼ਨ ਹੈ ਉਹ ਸ਼ੋ ਹੋਏਗਾ। ਸੋ 25 ਮਿੰਟਸ ਨੇ। ਨਾਓ 25 ਮਿੰਟਸ ਮੋਰ ਦੈਨ ਇਨਫ ਨੇ ਫॉर ਰਾਈਟਿੰਗ ਸੈਕਸ਼ਨ A ਜੇ ਤੁਸੀਂ ਤੁਹਾਡੀ ਟਾਈਪਿੰਗ ਸਪੀਡ ਅੱਛੀ ਹੈ, ਠੀਕ ਹੈ। ਸੋ ਅਗੇਨ ਇਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਕਿ ਤੁਹਾਡੀ ਟਾਈਪਿੰਗ ਗੁੱਡ ਹੋਣੀ ਚਾਹੀਦੀ ਹੈ, ਠੀਕ ਹੈ। ਬਿਕਾਜ਼ ਜੇ ਉੱਥੇ ਤੁਸੀਂ ਬਹੁਤ ਸੋਚ ਕੇ ਵਰਡਸ ਲਿਖੋਗੇ, ਠੀਕ ਹੈ, ਤਾਂ ਇਹ ਕੰਪਲੀਟ ਨਹੀਂ ਹੋਣੀ ਰਾਈਟਿੰਗ। ਸੋ ਸਿੰਪਲੀ ਤੁਹਾਡੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ। ਸੋ ਇਹ ਵੀ ਜਸਟ ਥੋੜ੍ਹਾ ਜਿਹਾ ਟਾਈਮ ਦੇ ਨਾਲ ਜੇ ਤੁਸੀਂ ਡੇਲੀ ਰਾਈਟਿੰਗ ਕਰੋ ਤਾਂ ਫॉर श्योर ਤੁਹਾਡੀ ਟਾਈਪਿੰਗ ਜ਼ਿਆਦਾ ਬੈਟਰ ਹੋ ਸਕਦੀ ਹੈ। ਸੋ ਅਨਦਰ ਥਿੰਗ 25 ਮਿੰਟਸ ਦੇ ਵਿੱਚ ਹੁਣ ਆਪਾਂ ਨੇ ਲਿਖਣਾ ਕੀ ਹੈ। ਬੇਸਿਕਲੀ ਰਾਈਟਿੰਗ ਸੈਕਸ਼ਨ ਇਹ ਹੁੰਦਾ ਕੀ ਹੈ, ਆਪਾਂ ਨੇ ਇੱਕ ਨਿਊਜ਼ ਆਈਟਮ ਲਿਖਣੀ ਹੈ, ਠੀਕ ਹੈ। ਆਪਾਂ ਨੇ ਇੱਕ ਨਿਊਜ਼ ਲਿਖਣੀ ਹੈ, ਉਹ ਵੀ ਪਾਸਟ ਦੇ ਵਿੱਚ, ਠੀਕ ਹੈ। ਬਹੁਤ ਸਿੰਪਲ ਵਰਡਸ ਵਿੱਚ ਕੋਈ ਵੀ ਨਿਊਜ਼ ਰਿਪੋਰਟ ਪਾਸਟ ਦੇ ਵਿੱਚ। ਸੋ ਬਹੁਤ ਕੋਈ ਸਿੰਪਲ ਜੀ ਐਗਜ਼ਾਮਪਲ ਲੈਂਦੇ ਆ। ਲੈਟਸ ਸੇ ਦ ਬੇਬੀ ਫੈਲ ਫਰੋਮ ਦ ਸਟੇਅਰਸ, ਠੀਕ ਹੈ। ਸੋ ਹੁਣ ਇਹ ਟੌਪਿਕ ਹੈ, ਇਹਦੇ ਤੇ ਆਪਾਂ ਨਿਊਜ਼ ਬਣਾਉਣੀ ਹੈ। ਸੋ ਪਾਸਟ ਦੇ ਵਿੱਚ ਹੀ ਲਿਖਾਂਗੇ, ਠੀਕ ਹੈ, ਕਿ ਕਦੋਂ ਇਹ ਇਵੈਂਟ ਹੋਇਆ, ਕਿਵੇਂ ਹੋਇਆ, ਕਿੱਥੇ ਹੋਇਆ, ਕਿਉਂ ਹੋਇਆ, ਇਹ ਸਾਰਾ ਕੁਝ। ਲੈਟਸ ਸੇ ਟੌਪਿਕ ਹੈਗਾ ਅ ਚਾਈਲਡ ਡਿਸਅਪੀਅਰਡ ਇਨ ਦ ਗਾਰਡਨ। ਹੁਣ ਉਹ ਚਾਈਲਡ ਕਿਵੇਂ ਡਿਸਅਪੀਅਰ ਹੋਇਆ, ਕਿੱਥੇ ਹੋਇਆ, ਕਿਉਂ ਹੋਇਆ, ਐਟ ਦੀ ਐਂਡ ਕੀ ਹੋਇਆ, ਕਨਕਲੂਜ਼ਨ ਕੀ ਨਿਕਲਿਆ। ਸੋ ਇੱਕ ਇਹਦੇ ਤੇ ਆਪਾਂ ਨੇ ਪ੍ਰੋਪਰ ਨਿਊਜ਼ ਲਿਖਣੀ ਆ। ਸਿਮਿਲਰਲੀ ਜਿਵੇਂ ਆਪਣੇ ਨਿਊਜ਼ਪੇਪਰ ਦੇ ਵਿੱਚ ਸਾਈਡ ਉੱਤੇ ਨਿਊਜ਼ ਦਿੱਤੀਆਂ ਹੁੰਦੀਆਂ ਨੇ, ਠੀਕ ਹੈ। ਸੋ ਬੇਸਿਕਲੀ ਉਹ ਨਿਊਜ਼ ਜਿਹੜੀਆਂ ਬਹੁਤ ਇੰਪੋਰਟੈਂਟ ਵੀ ਨਹੀਂ ਹੁੰਦੀਆਂ ਤੇ ਆਪਾਂ ਬਟ ਉਹਨਾਂ ਨੂੰ ਨਿਗਲੈਕਟ ਵੀ ਨਹੀਂ ਕਰ ਸਕਦੇ। ਸੋ ਕੋਈ ਵੀ ਨਿਊਜ਼ਪੇਪਰ ਦੀ ਇਸ ਤਰ੍ਹਾਂ ਦੀ ਨਿਊਜ਼ ਨੂੰ ਆਪਾਂ ਫੈਦੀਵੇਅਰ ਕਹਿੰਦੇ ਆ, ਠੀਕ ਹੈ। ਸੋ ਇਟ ਇਜ਼ ਕਾਲਡ ਫੈਦੀਵੇਅਰ। ਫੈਦੀਵੇਅਰ ਹੁਣ ਕੋਈ ਵੀ ਥੀਮ ਉੱਤੇ ਹੋ ਸਕਦਾ, ਠੀਕ ਹੈ। ਜ਼ਰੂਰੀ ਨਹੀਂ ਕਿ ਇਹ ਕਿਡਸ ਉੱਪਰ ਹੋਵੇ, ਕੋਈ ਵੀ ਥੀਮ ਉੱਪਰ ਹੋ ਸਕਦਾ। ਲੈਟਸ ਸੇ ਹੈਲਥ ਦੇ ਉੱਤੇ ਆ ਸਕਦਾ, ਐਨੀਮਲ ਥੀਮ ਤੇ ਆ ਸਕਦਾ, ਦੈਨ ਟੈਕਨੋਲੋਜੀ ਤੇ ਆ ਸਕਦਾ, ਦੈਨ ਪੇਰੈਂਟਸ ਥੀਮ ਤੇ ਆ ਸਕਦਾ, ਐਜੂਕੇਸ਼ਨ ਤੇ ਆ ਸਕਦਾ, ਠੀਕ ਹੈ। ਸੋ ਕੋਈ ਵੀ ਥੀਮ ਹੋ ਸਕਦੀ ਹੈ ਫੈਦੀਵੇਅਰ ਦੀ ਐਂਡ ਆਪਾਂ ਨੇ ਉਹਦੇ ਤੇ ਨਿਊਜ਼ ਸਿੰਪਲੀ ਡਿਵੈਲਪ ਕਰਨੀ ਹੈ। ਐਂਡ ਨਾਓ ਥੀਮਸ ਤਾਂ ਚਲੋ ਜਦੋਂ ਮੈਂ ਤੁਹਾਨੂੰ PDF ਸ਼ੇਅਰ ਕਰੂੰ ਉਹਦੇ ਵਿੱਚ ਦਿੱਤੀਆਂ ਹੀ ਹੋਈਆਂ ਨੇ, ਤੁਸੀਂ ਉੱਥੋਂ ਪ੍ਰੋਪਰ ਵੇ ਦੇ ਵਿੱਚ ਇੱਕ ਵਾਰ ਤੁਸੀਂ ਰੀਡ ਕਰ ਸਕਦੇ ਹੋ। ਨਾਓ ਜਿਹੜੀਆਂ ਇਹ ਫੈਦੀਵੇਅਰ ਨਿਊਜ਼ ਹੁੰਦੀ ਹੈ, ਸੋ ਹੁਣ ਸਭ ਤੋਂ ਜ਼ਿਆਦਾ ਕਨਫਿਊਜ਼ਨ ਇਹ ਹੁੰਦੀ ਹੈ ਸਟੂਡੈਂਟਸ ਨੂੰ ਕਿ ਐਗਜ਼ੈਕਟਲੀ ਸਟਾਰਟ ਕਿਵੇਂ ਕਰਨਾ ਲਿਖਣਾ, ਇਨ ਬਿਟਵੀਨ ਕੀ ਲਿਖਾਂਗੇ, ਐਂਡ ਕਿਵੇਂ ਕਰਨਾ, ਠੀਕ ਹੈ। ਹੁਣ ਇਹਦੇ ਨਾ ਬਹੁਤ ਸਾਰੇ ਫਾਰਮੈਟ ਨੇ। ਤੁਸੀਂ ਇਹਦਾ ਇੱਕ ਪ੍ਰੋਪਰ ਕੋਈ ਪੈਟਰਨ ਯਾਦ ਕਰ ਸਕਦੇ ਹੋ, ਵਿੱਚ ਤੁਹਾਡੀ ਨਿਊਜ਼ ਚੇਂਜ ਹੁੰਦੀ ਰਹੂਗੀ ਤੇ ਬਾਕੀ ਪੈਟਰਨ ਉਹੀ ਰਹੇਗਾ। ਨਾਓ ਜਸਟ ਲਾਈਕ ਸਪੀਕਿੰਗ ਸੈਕਸ਼ਨ A, ਇਫ ਯੂ ਰਿਮੈਂਬਰ ਮੈਂ ਤੁਹਾਨੂੰ ਇੱਕ ਸਪੀਕਿੰਗ ਦੀ ਇੰਟਰੋਡਕਸ਼ਨ, ਸਪੀਕਿੰਗ ਦੀ ਐਂਡਿੰਗ, ਇੱਕ ਸਟੈਂਡਰਡ ਦੱਸੀ ਸੀ। ਈਵਨ ਮੈਂ ਵਿੱਚ ਕੁਐਸਚਨਸ ਵੀ ਤੁਹਾਨੂੰ ਸਟੈਂਡਰਡ ਦੱਸੇ ਸੀ, ਠੀਕ ਹੈ। ਉਹ ਚੀਜ਼ ਦੀ ਤੁਹਾਡੀ ਬਹੁਤ ਹੈਲਪ ਹੋਈ ਹੈ, ਠੀਕ ਹੈ। ਉਹ ਚੀਜ਼ ਨਾਲ ਦ ਰੀਜ਼ਨ
ਕਿ ਹੁਣ ਤੁਹਾਨੂੰ ਇੱਕ ਸਪੀਕਿੰਗ ਦਾ ਪਤਾ ਹੈ ਕਿ ਸਟੈਂਡਰਡ ਜਾਂ ਤੁਸੀਂ ਬੋਲਣਾ ਕੀ ਹੈ। ਜੇ ਤੁਹਾਨੂੰ ਬਿਲਕੁਲ ਵੀ ਟੌਪਿਕ ਤੇ ਕੁਝ ਵੀ ਨਹੀਂ ਬੋਲਣਾ ਆਉਂਦਾ, ਐਟਲੀਸਟ ਇੰਨੇ ਕੁ ਕੈਪੇਬਲ ਹੋ ਕਿ ਤੁਸੀਂ ਇੰਟਰੋਡਕਸ਼ਨ ਐਜ਼ ਵੈਲ ਐਜ਼ ਐਂਡਿੰਗ ਐਜ਼ ਵੈਲ ਐਜ਼ ਇਨ ਬਿਟਵੀਨ ਸਟੈਂਡਰਡ ਕੁਐਸਚਨ ਤਾਂ ਚਾਹੇ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਤੁਸੀਂ ਸਟਿਲ ਬੋਲ ਕੇ ਆਓਗੇ। ਸਿਮਿਲਰਲੀ ਰਾਈਟਿੰਗ ਸੈਕਸ਼ਨ ਏ ਦੇ ਵਿੱਚ ਆਪਾਂ ਫੈਦੀਵੇਅਰ ਦਾ ਇੱਕ ਪੈਟਰਨ ਹੀ ਇਹੋ ਜਿਹਾ ਇਸ ਤਰ੍ਹਾਂ ਦਾ ਸਿੱਖ ਲੈਣਾ ਕਿ ਜਿਹਦੇ ਨਾਲ ਕੀ ਹੈ ਆਪਾਂ ਕਿ ਟੌਪਿਕ ਚੇਂਜ ਹੁੰਦਾ ਰਹੇ ਅਕੋਰਡਿੰਗ ਟੂ ਦਾ ਟੌਪਿਕ, ਜਸਟ ਆਪਾਂ ਇਨਫੋਰਮੇਸ਼ਨ ਪੁੱਟ ਕਰੀਏ। ਸੋ ਬਿਕਾਜ਼ ਪੈਟਰਨ ਦੇ ਵੀ ਨੰਬਰ ਹੁੰਦੇ ਨੇ, ਸੋ ਆਪਾਂ ਪੈਟਰਨ ਤੇ ਕਾਫੀ ਵਰਕ ਕਰਾਂਗੇ। ਠੀਕ ਹੈ, ਨਾਓ ਇੱਥੇ ਤੱਕ ਤੁਹਾਨੂੰ ਜੋ ਵੀ ਜਸਟ ਇੱਕ ਬੇਸਿਕ ਜੀ ਇੰਟਰੋਡਕਸ਼ਨ ਹੈ ਰਾਈਟਿੰਗ ਸੈਕਸ਼ਨ ਏ ਦੀ। ਕੋਈ ਡਾਊਟਸ ਨੇ ਪਹਿਲਾਂ ਉਹ ਕਲੀਅਰ ਕਰ ਲਓ। Okay, clear? Yes, ma'am. Okay. Now, writing section A. ਹੁਣ ਜਿਹੜੇ ਫੈਦੀਵੇਅਰ ਹੈ ਕੋਈ ਵੀ ਨਿਊਜ਼ ਹੈ ਇਹਦੇ ਵਿੱਚ ਕੁਝ ਐਲੀਮੈਂਟਸ ਫॉर श्योर ਹੋਣੇ ਹੀ ਚਾਹੀਦੇ ਨੇ। ਠੀਕ ਹੈ, ਜਦੋਂ ਇਹ ਐਲੀਮੈਂਟਸ ਤੁਸੀਂ ਐਡ ਕਰੋਗੇ ਤਾਂ ਹੀ ਇੱਕ ਪ੍ਰੋਪਰ ਨਿਊਜ਼ ਬਣੇਗੀ। ਸੋ ਕਿਹੜੇ ਐਲੀਮੈਂਟਸ ਨੇ? ਫॉर एग्जाम्पल ਵੈਨ, ਕਿ ਜਿਹੜੀ ਇਨਸੀਡੈਂਟ ਹੈ ਜਾਂ ਨਿਊਜ਼ ਹੈ ਉਹ ਕਦੋਂ ਹੋਈ, ਵੈਨ। ਇਹਦਾ ਤੁਸੀਂ ਆਨਸਰ ਲਿਖਣਾ ਆਪਣੇ ਫੈਦੀਵੇਅਰ ਦੇ ਵਿੱਚ। ਡੋਂਟ ਵਰੀ, ਮੈਂ ਤੁਹਾਨੂੰ ਅਟੈਂਪਟ ਕਰਕੇ ਵੀ ਦਿਖਾऊं ਜਾਂ ਆਪਣੀਆਂ ਰਾਈਟਿੰਗਸ ਵੀ ਪੁਰਾਣੀਆਂ ਸ਼ੋ ਕਰੂੰ ਜਾਂ ਫਿਰ ਪ੍ਰੋਪਰ ਸੈਂਪਲਸ ਵੀ ਪ੍ਰੋਵਾਈਡ ਕਰੂੰ। ਦੈਨ ਵਾਟ, ਕਿ ਜਿਹੜੀ ਨਿਊਜ਼ ਹੈ ਐਗਜ਼ੈਕਟਲੀ ਹੈਗੀ ਕਿਹੜੀ ਹੈ, ਮਤਲਬ ਕਿਸ ਚੀਜ਼ ਦੇ ਰਿਗਾਰਡਿੰਗ ਹੈ। ਠੀਕ ਹੈ, ਵਾਟ ਫੈਕਚਰ ਦਾ ਤੁਸੀਂ ਆਨਸਰ ਦੇਣਾ ਹੋਏਗਾ। ਦੈਨ ਵੇਅਰ, ਨਿਊਜ਼ ਹੋਈ ਕਿੱਥੇ ਹੈ, ਇਨਸੀਡੈਂਟ ਕਿੱਥੇ ਹੋਇਆ। ਹਾਊ, ਇਨਸੀਡੈਂਟ ਕਿਵੇਂ ਹੋਇਆ। ਠੀਕ ਹੈ, ਦੈਨ ਵਾਈ, ਇਨਸੀਡੈਂਟ ਕਿਉਂ ਹੋਇਆ। ਦੈਨ ਲਾਸਟ ਦੇ ਵਿੱਚ ਕਨਕਲੂਜ਼ਨ ਕੀ ਹੋਇਆ। ਠੀਕ ਹੈ, ਸੋ ਬੇਸਿਕਲੀ ਕਨਕਲੂਜ਼ਨ ਆਪਾਂ ਨੇ ट्राई करना कि पॉजिटिव रखिए। सो चाहे कोई भी न्यूज़ है ट्राई करना कि आप पॉजिटिवली एंड करिए। ठीक है, सो लेट्स से द बेबी फेल फ्रॉम द स्टेयर्स। ਹੁਣ ਇਹਨੂੰ ਜੇ ਪੋਜ਼ਿਟਿਵਲੀ ਐਂਡ ਕਰਨਾ ਹੋਵੇ, ਇਹ ਜਿਹੜੀ ਇਹ ਨਿਊਜ਼ ਹੈ ਆਪਾਂ ਕਹਿ ਸਕਦੇ ਹਾਂ ਕਿ ਬੇਬੀ ਵਾਜ਼ ਟੇਕਨ ਟੂ ਦਾ ਹਸਪੀਟਲ ਐਂਡ ਰਾਈਟ ਨਾਓ ਹੀ ਇਜ਼ ਇਨ ਗੁੱਡ ਕੰਡੀਸ਼ਨ। ਠੀਕ ਹੈ, ਦੇਖੋ ਪੋਜ਼ਿਟਿਵ ਵੇ ਦੇ ਵਿੱਚ ਐਂਡ ਹੋਇਆ। ਸੋ ਟਰਾਈ ਕਰਨਾ ਜੇ ਤੁਸੀਂ ਪੋਸੀਬਲ ਹੈ ਤਾਂ ਆਪਣਾ ਕਨਕਲੂਜ਼ਨ ਪੋਜ਼ਿਟਿਵ ਲਿਖੋ ਸੈਕਸ਼ਨ ਏ ਦੇ ਵਿੱਚ। ਦੈਨ ਇਹ ਸਾਰੇ ਐਲੀਮੈਂਟਸ ਤੁਸੀਂ ਐਡ ਕਰਿਓ, ਵੈਨ, ਵਾਈ, ਵਾਟ, ਵੇਅਰ, ਹਾਊ ਐਂਡ ਆਲਸੋ ਹੂ। ਠੀਕ ਹੈ, ਇਹ ਜਸਟ ਇੱਥੇ ਮੈਂ ਕੋਈ ਲੌਜੀਕਲ ਆਰਡਰ ਦੇ ਵਿੱਚ ਨਹੀਂ ਲਿਖੇ, ਬਟ ਆਪਾਂ ਇਹਨਾਂ ਨੂੰ ਲੌਜੀਕਲ ਵੇ 'ਚ ਲਿਖਣਾ। ਸੋ ਹੂ ਮੀਨਸ ਇਨਸੀਡੈਂਟ ਹੋਇਆ ਕਿਸ ਦੇ ਨਾਲ ਹੈ, ਉਹ ਪਰਸਨ ਦੀ ਥੋੜੀ ਬਹੁਤ ਡਿਸਕ੍ਰਿਪਸ਼ਨ, ਕੌਣ ਪਰਸਨ ਸੀ, ਕੀ ਉਹਦੀ ਏਜ ਸੀ, ਕਿਹੜੀ ਉਹਦੀ ਨੈਸ਼ਨੈਲਿਟੀ ਸੀ, ਕੁਝ ਵੀ ਉਹਦੇ ਰਿਗਾਰਡਿੰਗ ਥੋੜਾ ਬਹੁਤ ਆਪਾਂ ਨੂੰ ਇਨਫੋਰਮੇਸ਼ਨ ਲਿਖਣੀ ਪਏਗੀ। ਦੈਨ ਵਨ ਮੋਰ ਥਿੰਗ, ਵੀ ਨੀਡ ਟੂ ਐਡ ਐਨ ਓਪੀਨੀਅਨ। ਠੀਕ ਹੈ, ਓਪੀਨੀਅਨ ਦਾ ਮੀਨਿੰਗ ਕੀ ਹੈ, ਇੱਥੇ ਨਾ ਸਟੂਡੈਂਟ ਬਹੁਤ ਕਨਫਿਊਜ਼ ਹੁੰਦੇ ਨੇ। ਡੋਂਟ ਵਰੀ, ਹਜੇ ਤੁਹਾਨੂੰ ਇਹ ਸਾਰਾ ਕਨਫਿਊਜ਼ਿੰਗ ਹੀ ਲੱਗ ਰਿਹਾ ਹੋ ਜਿੰਨਾ ਵੀ ਮੈਂ ਦੱਸ ਰਹੀ ਹਾਂ। ਹੁਣ ਆਪਾਂ ਨੇ ਨਾ ਜਦੋਂ ਨਿਊਜ਼ ਲਿਖ ਦਿੱਤੀ ਉਸ ਤੋਂ ਬਾਅਦ ਐਂਡ ਦੇ ਵਿੱਚ ਆਪਾਂ ਨੇ ਇੱਕ ਓਪੀਨੀਅਨ ਲਿਖਣਾ। ਹੁਣ ਓਪੀਨੀਅਨ ਕਿਸ ਦਾ ਹੋਏਗਾ, ਬੇਸਿਕਲੀ ਤੁਹਾਡੀ ਨਿਊਜ਼ ਆਈਟਮ ਦੇ ਵਿੱਚ ਤੁਹਾਡੀ ਫੈਦੀਵੇਅਰ ਦੇ ਵਿੱਚ ਜੋ ਵੀ ਕੈਰੈਕਟਰਸ ਨੇ ਉਹਨਾਂ ਦੇ ਵਿੱਚੋਂ ਹੀ ਕਿਸੇ ਪਰਸਨ ਦਾ ਓਪੀਨੀਅਨ ਹੋ। ਠੀਕ ਹੈ, ਓਪੀਨੀਅਨ ਕਿਸ ਬਾਰੇ ਹੋ, ਓਪੀਨੀਅਨ ਸਾਰੇ ਇਨਸੀਡੈਂਟ ਦੇ ਬਾਰੇ ਹੋ। ਲੈਟਸ ਸੇ ਦ ਬੇਬੀ ਫੈਲ ਫਰੋਮ ਦ ਸਟੇਅਰਸ। ਹੁਣ ਇਹਦੇ ਤੇ ਓਪੀਨੀਅਨ ਕੀ ਹੋ ਸਕਦਾ, ਲੈਟਸ ਸੇ ਜਿਹੜੇ ਉਹ ਬੇਬੀ ਦੇ ਪੇਰੈਂਟਸ ਨੇ ਉਹ ਕਹਿ ਰਹੇ ਨੇ ਥੈਂਕਸ ਟੂ ਗॉड ਆਰ ਬੇਬੀ ਇਜ਼ ਨਾਓ ਇਨ ਗੁੱਡ ਕੰਡੀਸ਼ਨ। ਠੀਕ ਹੈ, ਸੋ ਇਹ ਕਿਹਦਾ ਓਪੀਨੀਅਨ ਹੈ, ਇਹ ਹੈਗਾ ਉਸ ਬੇਬੀ ਦੇ ਪੇਰੈਂਟਸ ਦਾ ਓਪੀਨੀਅਨ। ਸੋ ਬੇਸਿਕਲੀ ਆਪਾਂ ਨੇ ਓਪੀਨੀਅਨ ਐਡ ਕਰਨਾ ਕਿਸੇ ਵੀ ਪਰਸਨ ਦਾ
ਜਿਹੜਾ ਕਿ ਇਸ ਸਟੋਰੀ ਦੇ ਵਿੱਚ ਜਾਂ ਫੈਦੀਵੇਅਰ ਦੇ ਵਿੱਚ ਉਹ ਪਰਸਨ ਹੈਗਾ। ਠੀਕ ਹੈ, ਕੋਈ ਵੀ ਕੈਰੈਕਟਰ ਜਾਂ ਪਰਸਨ ਜਿਹੜਾ ਸਟੋਰੀ ਦੇ ਵਿੱਚ ਹੈਗਾ, ਆਪਾਂ ਉਹਦਾ ਕੋਈ ਓਪੀਨੀਅਨ ਐਡ ਕਰਨਾ ਕਿਸ ਚੀਜ਼ ਦੇ ਬਾਰੇ, ਪ੍ਰੋਪਰ ਇਹੀ ਇਨਸੀਡੈਂਟ ਦੇ ਬਾਰੇ। ਓਪੀਨੀਅਨ ਅਬਾਊਟ इंसिडेंट। राइट नाउ ਜਿਹੜਾ ਫੈਦੀਵੇਅਰ ਰਾਈਟਿੰਗ ਹੈ, ਇਹਦੇ ਮੈਂ ਤੁਹਾਨੂੰ ਸਭ ਤੋਂ ਜੇ ਕੋਈ ਈਜ਼ੀ ਵੇ ਦੱਸ ਸਕਦੀ ਹਾਂ, ਉਹ ਜਸਟ ਇਹਦਾ ਇੱਕ ਪੈਟਰਨ ਸਿੱਖਣਾ। ਈਵਨ ਫੈਦੀਵੇਅਰ ਦੇ ਵਿੱਚ ਤੁਹਾਡੇ ਮੈਮੋਰਾਈਜ਼ ਕੀਤੇ ਹੋਏ ਸੈਂਟੈਂਸਸ ਬਹੁਤ ਵਰਕ ਕਰਨਗੇ। ਠੀਕ ਹੈ, ਇਨ ਦ ਸੈਂਸ ਕਿ ਹਰ ਇੱਕ ਟੌਪਿਕ ਤੇ ਨਾ ਕੁਛ ਤੁਸੀਂ ਮੈਮੋਰਾਈਜ਼ ਕਰ ਸਕਦੇ ਹੋ, ਇੱਕ ਇੱਕ ਸੈਂਟੈਂਸਸ, ਜਿਹੜਾ ਕਿ ਟੌਪਿਕ ਜਿੰਨਾ ਮਰਜ਼ੀ ਚੇਂਜ ਹੋਵੇ, ਉਹ ਸੈਂਟੈਂਸਸ ਤੁਸੀਂ ਕੋਈ ਵੀ ਟੌਪਿਕ ਦੇ ਵਿੱਚ ਐਡ ਔਨ ਕਰ ਸਕਦੇ ਹੋ। ਠੀਕ ਹੈ, ਸੋ ਬਹੁਤ ਇਸ ਤਰ੍ਹਾਂ ਦੇ ਸੈਂਟੈਂਸਸ ਨੇ ਜੋ ਵੀ ਮੇਰੇ ਕੋਲ ਹੈਗੇ ਨੇ ਅਵੇਲੇਬਲ, ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰੂੰ। ਫॉर एग्जाम्पल एक सेंटेंस है, लिव विथ सो दे रूल वेर डो देन तो वेट। ओके, नाउ ਇਹਦਾ मीनिंग है लिव विथ संद्रोल मीन्स द इवेंट्स टुक प्लेस। ठीक है, जो इंसीडेंट्स टुक प्लेस। ਵੈਰ ਮੀਨਸ ਅਰਾਊਂਡ। ਇਸ ਤੋਂ ਬਾਅਦ ਜਿੱਥੇ ਮੈਂ ਟਾਈਮ ਲਿਖਿਆ, ਇੱਥੇ ਤੁਹਾਡਾ ਟਾਈਮ ਆ ਜਾਊ। ਠੀਕ ਹੈ, 12 o'clock ਕੋਈ ਵੀ ਟਾਈਮ। ठीक है, the events happened around 12 o'clock, let's say दों ਲਾਂ ਦੇ। ठीक है, in one of the, ਇੱਥੇ ਕੋਈ ਵੀ ਪਲੇਸ ਜਿੱਥੇ ਉਹ ਇਵੈਂਟ ਹੋਇਆ। ठीक है, let's say in one of the beaches, at one of the beaches, or at one of the restaurant, ਕੋਈ ਵੀ ਪਲੇਸ ਜਿੱਥੇ ਉਹ ਇਵੈਂਟ ਹੈਪਨ ਹੋਇਆ। ਠੀਕ ਹੈ, ਇਨਸੀਡੈਂਟ ਹੋਇਆ। ਦੈਨ ਦ ਲਿਖਣ ਤੋਂ ਬਾਅਦ ਮੀਨਸ ਆਫ, ਦ ਮੀਨਸ ਆਫ, ਇੱਥੇ ਸਿਟੀ ਆ ਜਾਏਗੀ, ਆਫ ਪੈਰਿਸ, ਕੋਈ ਵੀ ਸਿਟੀ। ਠੀਕ ਹੈ, ਪੈਰਿਸ, ਲੰਡਨ, ਵਾਟਐਵਰ ਸਿਟੀ। ਹੁਣ ਦੇਖੋ, ਜੇ ਆਪਾਂ ਸਾਰੀ ਲਾਈਨ ਨੂੰ ਆਪਾਂ ਪ੍ਰੋਪਰ ਵੇ 'ਚ ਬੋਲੀਏ, the events took place around, let's say 12 o'clock in one of the hotels of the Paris। ठीक है, ਹੁਣ ਦੇਖੋ ਫਸਟ ਇੱਕ ਲਾਈਨ ਲਿਖੀ ਆ ਮੈਂ, ਕਿਹੜੇ ਫੈਕਟਰਸ ਕਿਹੜੇ ਐਲੀਮੈਂਟਸ ਕਵਰ ਹੋ ਰਹੇ ਨੇ, ਵੈਨ। ਠੀਕ ਹੈ ਜੀ, ਟਾਈਮ ਮੀਨਸ ਵੈਨ ਫੈਕਚਰ ਹੋ ਰਿਹਾ ਕੰਪਲੀਟ, ਦੈਨ ਵੇਅਰ ਫੈਕਚਰ, ਨਾਲ ਤਾਂ ਤੁਹਾਡੇ ਐਲੀਮੈਂਟਸ ਕਵਰ ਹੋ ਰਹੇ ਨੇ ਜਿਨ੍ਹਾਂ ਬਾਰੇ ਉੱਪਰ ਆਪਾਂ ਡਿਸਕਸ ਕਰ ਰਹੇ ਸੀ। ਨਾਲ ਸਿੰਪਲ ਇੱਕ ਲਾਈਨ ਹੈ, ਕੋਈ ਮਰਜ਼ੀ ਟੌਪਿਕ ਚੇਂਜ ਹੋਈ ਜਾਵੇ, ਤੁਸੀਂ ਆਪਣੇ ਫੈਦੀਵੇਅਰ ਦੀ ਸਟਾਰਟਿੰਗ ਫਸਟ ਲਾਈਨ ਇਹ ਲਿਖ ਸਕਦੇ ਹੋ। ਠੀਕ ਹੈ, ਸੋ ਬਿਲਕੁਲ ਸਿੰਪਲ ਲਾਈਨ ਹੈ। ਸੋ ਆਈ ਮੀਨ ਟੂ ਸੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸੈਂਟੈਂਸਸ ਨੇ ਜਿਨ੍ਹਾਂ ਵਿੱਚ ਜਸਟ ਇਨਫੋਰਮੇਸ਼ਨ ਤੁਸੀਂ ਚੇਂਜ ਕਰੀ ਜਾਣੀ ਹੈ, ਤੇ ਅਕੋਰਡਿੰਗ ਟੂ ਦ ਟੌਪਿਕ ਚੇਂਜ ਹੋਈ ਜਾਓ ਇਨਫੋਰਮੇਸ਼ਨ, ਤੇ ਬਟ ਸੈਂਟੈਂਸਸ ਤੁਸੀਂ ਉਹੀ ਯੂਜ਼ ਕਰ ਸਕਦੇ ਹੋ। ਠੀਕ ਹੈ, ਸੋ ਨਾਓ some tips for section A. The first one ਕਿ ਨਾ ਹਰ ਇੱਕ ਟੌਪਿਕ ਤੇ ਕੁਝ ਸਟੈਂਡਰਡ ਜਾਂ ਲਿਖਣਾ ਸਿੱਖੋ। ਠੀਕ ਹੈ, ਹੁਣ ਦੇਖੋ ਮੈਂ ਨਾ ਤੁਹਾਨੂੰ ਇੱਕ ਸੈਂਟੈਂਸ ਲਿਖ ਕੇ ਦਿਖਾਉਂਦੀ ਹਾਂ। ਇਹ ਸੈਂਟੈਂਸ ਤੁਹਾਡਾ 90% ਆਫ ਦ ਟੌਪਿਕਸ ਸੈਕਸ਼ਨ ਏ ਦੇ ਵਿੱਚ ਯੂਜ਼ ਕਰ ਸਕਦੇ ਹੋ। ਠੀਕ ਹੈ, ਜਿਵੇਂ ਤੁਹਾਨੂੰ ਮੈਂ ਇੱਕ ਉੱਪਰ ਦੱਸਿਆ ਸੈਂਟੈਂਸ, ਸੇਮ ਲਾਈਕ ਦੈਟ, ਆਪਰੇ ਇਨ enquête il se avere que, wait, une enquête approfondie a été menée par les
Pala Police por elucidar le mystère। Now, ਹੁਣ ਮੈਂ ਸੈਂਟੈਂਸ ਲਿਖਿਆ in enquête approfondie a été menée par par la police pour élucider la mystère। ਹੁਣ ਇਹਦਾ ਮੀਨਿੰਗ ਹੈ an in-depth survey or investigation was conducted by the police for elucidating the mystery। ठीक है, मिस्ट्री ਨੂੰ ਇਲੂਸੀਡੇਟ ਕਰਨ ਦੇ ਲਈ ਇੱਕ ਬਹੁਤ ਡੀਪ ਸਰਵੇ ਔਰ ਡੀਪ ਇਨਵੈਸਟੀਗੇਸ਼ਨ ਕੰਡਕਟ ਕੀਤੀ ਗਈ। ਆਪਰੇ ਇਨ enquête after an investigation il s'est avéré que it turned out that ਜੋ ਵੀ ਚੀਜ਼ ਟਰਨ ਆਊਟ ਹੋਈ, ਠੀਕ ਹੈ, ਜੋ ਵੀ ਚੀਜ਼ ਬਾਰੇ ਪਤਾ ਲੱਗਿਆ, ਮਿਸਟਰੀ ਬਾਰੇ ਜੋ ਵੀ ਪਤਾ ਲੱਗਿਆ, ਉਹ ਤੁਸੀਂ ਇੱਥੇ ਡਿਫਾਈਨ ਕਰੋਗੇ। ਨਾਓ ਹੁਣ ਇਹ ਜਿਹੜੀ ਲਾਈਨ ਹੈ ਤੁਹਾਡੇ ਮੋਸਟ ਆਫ ਦਾ ਜਿਹੜੇ ਟੌਪਿਕਸ ਨੇ ਉਹਨਾਂ ਵਿੱਚ ਤੁਸੀਂ ਜਸਟ ਤੁਹਾਨੂੰ ਪੁੱਟ ਕਰਨੀ ਆਉਣੀ ਚਾਹੀਦੀ ਹੈ। ਆਪਣਾ ਫੈਦੀਵੇਅਰ, ਆਪਣੀ ਸਟੋਰੀ ਰਾਈਟਿੰਗ ਹੀ ਤੁਸੀਂ ਇਸ ਟਾਈਪ ਦੀ ਕਰਨੀ ਹੈ ਕਿ ਤੁਹਾਡੀਆਂ ਸਟੈਂਡਰਡ ਜੀਆਂ ਲਾਈਨਸ ਉਹਦੇ ਵਿੱਚ ਫਿਟ ਹੋਣ। ਠੀਕ ਹੈ, ਅਦਰਵਾਈਜ਼ ਹਰ ਵਾਰ ਤੁਸੀਂ ਨਵਾਂ ਲਿਖੋਗੇ, ਹਰ ਵਾਰ ਨਵੀਆਂ ਮਿਸਟੇਕਸ ਹੋਣਗੀਆਂ। ਸੋ ਕੀਪ ਇਟ ਵੈਰੀ ਸਿੰਪਲ। ਕੁਝ ਇਸ ਤਰ੍ਹਾਂ ਦੇ ਸੈਂਟੈਂਸਸ ਤੁਸੀਂ ਟਰਾਈ ਕਰੋ, ਯੂਜ਼ ਕਰੋ, ਠੀਕ ਹੈ, ਜਿਹੜੇ ਤੁਹਾਡੇ ਮੋਸਟ ਆਫ ਦਾ ਫੈਦੀਵੇਅਰਸ ਵਿੱਚ ਯੂਜ਼ ਹੋ ਜਾਣ। ਠੀਕ ਹੈ, ਸੋ ਹੁਣ ਇੱਥੇ ਅਕੋਰਡਿੰਗ ਟੂ ਦਾ ਟੌਪਿਕ ਚੇਂਜ ਹੋਈ ਜਾਊਗੀ ਇਨਫੋਰਮੇਸ਼ਨ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸੈਂਟੈਂਸਸ ਨੇ। ਲੈਟਸ ਸੇ this one, कोई भी पर्सन ਦਾ name first of all, then let's say ਉਹਦੀ age, then you can write कोई भी पर्सन, ठीक है, let's say Mark, then ਉਹਦੀ age, let's say 33। a eu la surprise de sa vie, had the surprise of his life। ਠੀਕ ਹੈ, ਇਹ ਕਾਈਂਡ ਆਫ ਇੱਕ ਇਡੀਓਮੈਟਿਕ ਫਰੇਜ਼ ਹੈ ਜਦੋਂ ਕਹਿਣਾ ਹੋਵੇ ਕਿ ਉਹਨੂੰ ਇੱਕ ਬਹੁਤ ਵੱਡਾ ਕਿਸੇ ਵੀ ਪਰਸਨ ਨੂੰ ਜਦੋਂ ਸਰਪ੍ਰਾਈਜ਼ ਮਿਲਦਾ। ਠੀਕ ਹੈ, ਸੋ to have the surprise of one's life means to have a big surprise, you can say। So the Mark 31 years old had the surprise of his life when, ਕਦੋਂ ਸਰਪ੍ਰਾਈਜ਼ ਮਿਲਿਆ, ਇੱਥੇ ਤੁਹਾਡਾ ਇਨਸੀਡੈਂਟ। ਠੀਕ ਹੈ, ਸੋ ਵੈਨ ਲੈਟਸ ਸੇ ਆਪਾਂ ਜੇ ਦ ਬੇਬੀ ਫੈਲ ਫਰੋਮ ਦ ਸਟੇਅਰਸ, ਉਹ ਟੌਪਿਕ ਨਾਲ ਇਹਨੂੰ ਕਨੈਕਟ ਕਰੀਏ ਕਿਵੇਂ ਹੋ ਜਾਏਗਾ। ਮਾਰਕ ਏਜਡ 31 years old had the surprise of his life when he got to know about the news of his baby। ਠੀਕ ਹੈ, ਦੇਖੋ ਅਕੋਰਡਿੰਗ ਟੂ ਦਾ ਟੌਪਿਕ ਬਸ ਤੁਹਾਨੂੰ ਇਹ ਸੈਂਟੈਂਸਸ ਪੁੱਟ ਕਰਨੇ ਆਉਣੇ ਚਾਹੀਦੇ ਨੇ। ਬਹੁਤ ਸਿੰਪਲ ਹੈ। ਹੁਣ ਇਹ ਜਸਟ ਮੈਂ ਜਦੋਂ ਸਟੱਡੀ ਕਰਦੀ ਸੀ ਇਹ ਮੈਂ ਫਾਈਂਡ ਆਊਟ ਕੀਤੇ ਹੋਏ ਨੇ। ਠੀਕ ਹੈ, ਸੋ ਮੈਂ ਆਪਣੇ ਅਕੋਰਡਿੰਗ ਇਹ ਸੈਂਟੈਂਸਸ ਬਣਾਏ ਹੋਏ ਸੀ ਜੋ ਮੈਨੂੰ ਕਨਵੀਨੀਅੰਟ ਲੱਗਦੇ ਸੀ ਕਿ ਜਿਹੜੇ ਯੂਜ਼ ਹੋ ਜਾਣ। ਇਟਸ ਟੋਟਲੀ ਅਪ ਟੂ ਯੋਰ ਐਫਰਟਸ। ਤੁਸੀਂ ਜਿਹੜੇ ਸੈਂਟੈਂਸਸ ਤੁਹਾਨੂੰ ਈਜ਼ੀ ਲੱਗਦੇ ਨੇ ਤੁਸੀਂ ਆਪ ਫਾਰਮ ਕਰ ਸਕਦੇ ਹੋ, ਆਪ ਬਣਾ ਸਕਦੇ ਹੋ। ਮੇਕ ਸ਼ੋਰ ਤੁਹਾਡੇ ਸੈਂਟੈਂਸਸ ਬਿਲਕੁਲ ਸਹੀ ਹੋਣ ਗ੍ਰਾਮੈਟੀਕਲ ਵੇ ਦੇ ਵਿੱਚ। ਇਸ ਤਰ੍ਹਾਂ ਦੇ ਸੈਂਟੈਂਸਸ ਬਣਾਓ ਕਿ ਤੁਹਾਡੀ ਮੋਸਟ ਆਫ ਦਾ ਜਿਹੜੀ ਫੈਦੀਵੇਅਰ ਦੇ ਵਿੱਚ ਉਹ ਯੂਜ਼ ਹੋ ਸਕਣ। ਵਨ ਮੋਰ ਥਿੰਗ, ਜਿਹੜੇ ਕ੍ਰਿਮੀਨਲ ਟੌਪਿਕਸ ਨੇ ਜਿਹੜੇ ਰਿਲੇਟਡ ਟੂ ਕ੍ਰਾਈਮਸ, ਠੀਕ ਹੈ, ਉਹ ਬਹੁਤ ਰਿਪੀਟ ਹੁੰਦੇ ਨੇ ਤਾਂ ਉਹਦੇ ਰਿਲੇਟਡ ਤੁਹਾਨੂੰ ਕਾਫੀ ਸਾਰੇ ਸੈਂਟੈਂਸਸ ਜੇ ਆਉਂਦੇ ਹੋਣ ਤਾਂ ਤੁਹਾਡੇ ਲਈ ਲਿਖਣਾ ਈਜ਼ੀ ਹੋ ਜੂ। ਫੋਰ ਐਗਜ਼ਾਮਪਲ ਜਿਵੇਂ ਇਹ ਵਾਲਾ ਟੌਪਿਕ ਹੈ, ਸੋ ਪੁਲਿਸ ਜਿਹਦੇ ਵਿੱਚ ਇਨਵੋਲਵ ਹੈ ਉਹ ਵਾਲੇ ਟੌਪਿਕਸ ਤੇ ਤੁਹਾਨੂੰ ਲਿਖਣਾ ਆਉਣਾ ਚਾਹੀਦਾ। ਸੋ ਇੱਥੇ ਤੁਹਾਡਾ ਇਨਸੀਡੈਂਟ ਆ ਜੂ।
ਸੋ ਇਹ ਜਸਟ ਕੁਝ ਐਗਜ਼ਾਮਪਲਸ ਨੇ। ਹੁਣ ਮੈਂ ਤੁਹਾਨੂੰ ਕੋਈ ਪ੍ਰੋਪਰ ਸ਼ੋ ਕਰਦੀ ਹਾਂ ਜਿਹਦੇ ਵਿੱਚ ਇਹ ਸੈਂਟੈਂਸਸ ਐਡ ਔਨ ਕੀਤੇ ਹੋਏ ਨੇ। ਅਨਦਰ ਥਿੰਗ, ਜਿਹੜਾ ਆਪਣਾ ਇਨਸੀਡੈਂਟ ਹੈ ਮੀਨਸ ਫੈਦੀਵੇਰ ਹੈ, ਉਹ ਨਾ ਇੱਕ ਲੌਜੀਕਲ ਆਰਡਰ 'ਚ ਹੋਣਾ ਚਾਹੀਦਾ। ਠੀਕ ਹੈ, ਹੁਣ ਕੋਈ ਵੀ ਟੌਪਿਕ ਲੈ ਲਓ, ਦ ਬੇਬੀ ਲੈਟਸ ਸੇ ਦ ਚਾਈਲਡ ਡਿਸਅਪੀਅਰਡ ਇਨ ਦ ਗਾਰਡਨ। ਹੁਣ ਇਹ ਨਹੀਂ ਕਿ ਆਪਾਂ ਪਹਿਲੀ ਲਾਈਨ ਇਹ ਲਿਖ ਰਹੇ ਹਾਂ, ਦ ਪੁਲਿਸ elucidated the mystery, after the mystery it after the investigation it was turned out that someone kidnapped the baby or the kid। ਆਪਾਂ ਨੇ ਸਟਾਰਟਿੰਗ ਇੱਥੋਂ ਹੀ ਨਹੀਂ ਕਰਨੀ। ਠੀਕ ਹੈ, ਸੋ ਆਪਾਂ ਨੇ ਥੋੜੀ ਜਿਹੀ ਰੀਡਰ ਦੀ ਕਿਉਰਿਓਸਿਟੀ ਬਣਾ ਕੇ ਰੱਖਣੀ ਆ। ਆਪਾਂ ਨੇ ਪਹਿਲਾਂ ਦੱਸਣਾ ਕਿ ਕਿੰਨੇ ਵਜੇ ਹੋਇਆ ਇਨਸੀਡੈਂਟ, ਕਿਹੜੀ ਪਲੇਸ ਤੇ ਹੋਇਆ। ਠੀਕ ਹੈ, ਇਨਸੀਡੈਂਟ ਹੈਗਾ ਕੀ ਸੀ, ਐਂਡ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਸੈਕਿੰਡ ਪੈਰਾਗ੍ਰਾਫ ਆ ਉਹਦੇ ਵਿੱਚ ਡਿਫਾਈਨ ਕਰਨਾ ਕਿ ਐਗਜ਼ੈਕਟਲੀ ਸਾਰਾ ਇਨਸੀਡੈਂਟ ਹੋਇਆ ਕਿਵੇਂ ਸੀ। ਸੋ ਬੇਸਿਕਲੀ ਤੁਹਾਡਾ ਲੌਜੀਕਲ ਆਰਡਰ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਫਸਟ ਆਫ ਆਲ ਤੁਸੀਂ ਲਿਖੋਗੇ ਇਹਨਾਂ ਸਾਰੇ ਐਲੀਮੈਂਟਸ ਦਾ ਰਿਪਲਾਈ, ਵੈਨ, ਵੇਅਰ, ਹੂ, ਵਾਟ। ਕਿੰਨੇ ਵਜੇ, ਕਿੱਥੇ, ਕਿਸ ਦੇ ਨਾਲ ਤੇ ਕੀ ਹੋਇਆ। ਠੀਕ ਹੈ, ਐਵੇਂ ਯਾਦ ਰੱਖੋ। ਦੈਨ ਇਹ ਤੁਹਾਡਾ ਫਸਟ ਪੈਰਾਗ੍ਰਾਫ ਹੋਏਗਾ। ਦੈਨ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਤੁਸੀਂ ਵਾਈ ਜਾਂ ਹਾਊ ਦਾ ਰਿਪਲਾਈ ਦੋਗੇ ਕਿ ਕਿਵੇਂ ਹੋਇਆ ਇਨਸੀਡੈਂਟ ਜਾਂ ਕਿਉਂ ਹੋਇਆ। ਦੈਨ ਉਸ ਤੋਂ ਬਾਅਦ ਕਨਕਲੂਜ਼ਨ ਕਿ ਐਟ ਦੀ ਐਂਡ ਕੀ ਹੋ ਗਿਆ ਸੀ। ਐਂਡ ਕਨਕਲੂਜ਼ਨ ਤੋਂ ਬਾਅਦ ਤੁਸੀਂ ਕੀ ਹੈ ਕਿਸੇ ਵੀ ਪਰਸਨ ਦਾ ਓਪੀਨੀਅਨ ਫਾਰਮ ਕਰੋਗੇ। ਸੋ ਇਹ ਇੱਕ ਲੌਜੀਕਲ ਆਰਡਰ ਹੈ ਜਿਹੜਾ ਪਤਾ ਹੋਣਾ ਚਾਹੀਦਾ ਤੁਹਾਨੂੰ। ਵਨ ਮੋਰ ਥਿੰਗ, ਜਸਟ ਲਾਈਕ ਐਨੀ ਅਦਰ ਟੌਪਿਕ, ਮੈਂ ਤੁਹਾਨੂੰ ਦੱਸਿਆ ਸੀ ਕਿ ਕਨੈਕਟਰਸ ਬੜੇ ਇੰਪੋਰਟੈਂਟ ਹੁੰਦੇ ਨੇ। ਠੀਕ ਹੈ, ਸੋ ਸਮ ਵੇਅਰ ਤੁਹਾਨੂੰ ਹੁਣ ਵੈਸੇ ਤਾਂ ਰਾਈਟਿੰਗ ਸੈਕਸ਼ਨ ਬੀ 'ਚ ਕਨੈਕਟਰਸ ਜ਼ਿਆਦਾ ਇੰਪੋਰਟੈਂਟ ਵੇ 'ਚ ਤੁਸੀਂ ਯੂਜ਼ ਕਰਨੇ ਨੇ, ਬਟ ਸਮਵੇਅਰ ਤੁਹਾਨੂੰ ਰਾਈਟਿੰਗ ਸੈਕਸ਼ਨ ਏ 'ਚ ਵੀ ਕਿਤੇ ਨਾ ਕਿਤੇ ਆਪਣੇ ਜੋ ਵੀ ਤੁਸੀਂ ਲਿਖ ਰਹੇ ਹੋ ਸੈਂਟੈਂਸਸ ਉਹਨਾਂ ਨੂੰ ਕਨੈਕਟ ਕਰਨ ਲਈ ਤੁਹਾਨੂੰ ਜਿਹੜੇ ਪ੍ਰੋਪਰ ਕਨੈਕਟਰ ਆਉਣੇ ਚਾਹੀਦੇ ਨੇ। ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਕਨੈਕਟਰਸ ਨੂੰ। ਟਿਲ ਹੇਅਰ ਤੁਹਾਨੂੰ ਜੋ ਵੀ ਡਾਊਟਸ ਨੇ ਪਹਿਲਾਂ ਕਲੀਅਰ ਕਰੋ, ਫਿਰ ਆਪਾਂ ਫਰਦਰ ਕੰਟੀਨਿਊ ਕਰਾਂਗੇ। ਮੈਮ ਜਰਨਲ ਦੇ ਡਾਊਟ ਸੀ ਕਿ ਇਹਦੇ 'ਚ ਕੋਈ ਵਰਡ ਲਿਮਿਟ ਹੁੰਦੀ ਆ ਜਾਂ ਫਿਰ ਰਾਈਟ, ਇਹਦੇ ਵਿੱਚ ਵਰਡ ਲਿਮਿਟ ਹੁੰਦੀ ਹੈ। ਸੋ ਹਾਂਜੀ, ਉਹ ਮੈਂ ਤੁਹਾਡੇ ਨਾਲ ਹੁਣ ਡਿਸਕਸ ਹੀ ਕਰਨਾ ਸੀ। ਸੋ ਵਰਡ ਲਿਮਿਟ ਹੈ ਜਿਹੜੀ ਮਿਨੀਮਮ ਵਰਡ ਲਿਮਿਟ ਉਹਨਾਂ ਦੀ ਦਿੱਤੀ ਹੋਈ ਹੈ। ਠੀਕ ਹੈ, ਮਿਨੀਮਮ ਵੀ ਕੈਨ ਰਾਈਟ 80 ਵਰਡਸ। 80 ਵਰਡਸ ਤਾਂ ਲਿਖਣੇ ਹੀ ਨੇ ਆਪਾਂ ਨੇ ਫੈਦੀਵੇਰ ਦੇ ਵਿੱਚ। 80 ਵਰਡਸ ਤਾਂ ਤੁਸੀਂ ਇਹ ਕਹਿ ਲਓ ਜਿਵੇਂ ਲੈਟਸ ਸੇ ਤੁਸੀਂ ਆਪਣੀ ਨੋਟਬੁੱਕ ਤੇ 8 9 ਔਰ 10 ਲਾਈਨਸ ਹਾਰਡਲੀ ਇੰਨੀਆਂ ਕੁ ਲਿਖਣੀਆਂ ਹੋਣ, 9 10 ਲਾਈਨਸ। ਠੀਕ ਹੈ, 80 ਵਰਡਸ ਬਣਦੇ ਹੁੰਦੇ ਨੇ। ਸੋ ਇਹ ਮਿਨੀਮਮ ਵਰਡ ਲਿਮਿਟ ਹੈ। ਜਿਹੜੀ ਆਈਡੀਅਲ ਵਰਡ ਲਿਮਿਟ ਹੈ, ਸੋ ਆਈਡੀਅਲ ਲੈਂਥ ਤੁਹਾਡੀ ਕੀ ਹੋਣੀ ਚਾਹੀਦੀ ਹੈ, ਸਿੰਪਲੀ 90 to 120 ਵਰਡਸ ਇਨਫ ਹੈ। ਇੰਨਾ ਕੁ ਤੁਸੀਂ ਫੈਦੀਵੇਰ ਲਿਖ ਕੇ ਆਉਂਗੇ ਤਾਂ ਉਹਦੇ ਵਿੱਚੋਂ ਚਾਂਸਸ ਆਰ ਕਿ ਤੁਹਾਡੇ ਮਾਰਕਸ ਜ਼ਿਆਦਾ ਆਉਣਗੇ। ਸਮਟਾਈਮਸ ਕੀ ਹੁੰਦਾ, ਸਟੂਡੈਂਟਸ ਨਾ ਕ੍ਰੀਏਟਿਵਿਟੀ ਆਪਣੀ ਸ਼ੋਅ ਕਰਨ ਦੇ ਲਈ ਜ਼ਿਆਦਾ ਲਿਖ ਕੇ ਆਉਂਦੇ ਨੇ। ਠੀਕ ਹੈ, ਕਿਉਂਕਿ ਉਹਨਾਂ ਨੂੰ ਸਮਟਾਈਮਸ ਕੀ ਹੁੰਦਾ, ਸਟੂਡੈਂਟ ਨੂੰ ਲਿਖਣਾ ਆਉਂਦਾ, ਲੈਟਸ ਸੇ ਉਹ ਜ਼ਿਆਦਾ ਲਿਖ ਕੇ ਆਉਂਦੇ ਨੇ, ਜਿਵੇਂ 150 ਵਰਡ 160 ਵਰਡ ਮੀਨਸ ਆਪਣੀ ਵਰਡ ਲਿਮਿਟ ਐਕਸੀਡ ਕਰ ਦਿੰਦੇ ਨੇ। ਉਹਦਾ ਇੰਪੈਕਟ ਇਹੀ ਹੈ ਕਿ ਜਿੰਨਾ ਜ਼ਿਆਦਾ ਲਿਖੋਗੇ ਤੁਹਾਡੇ ਮਿਸਟੇਕਸ ਹੋਣ ਦੇ ਚਾਂਸਸ ਉਨੇ ਹੀ ਜ਼ਿਆਦਾ ਨੇ। ਠੀਕ ਹੈ, ਬਿਕਾਜ਼ ਹਜੇ ਤਾਂ ਤੁਸੀਂ ਰਾਈਟਿੰਗ ਸੈਕਸ਼ਨ ਇਹ ਅਟੈਂਪਟ ਨਹੀਂ ਕੀਤਾ। ਵਾਂਸ ਤੁਸੀਂ ਅਟੈਂਪਟ ਕਰੋਗੇ ਤੁਸੀਂ ਰਿਅਲਾਈਜ਼ ਕਰੋਗੇ ਕਿ ਬੇਸਿਕ ਵਰਡਸ ਨੂੰ ਵੀ ਫ੍ਰੈਂਚ ਵਿੱਚ ਲਿਖਣ ਲੱਗੇ ਤੁਹਾਡੀਆਂ ਮਿਸਟੇਕਸ ਹੋਣਗੀਆਂ, ਕਿਤੇ ਐਕਸੈਂਟ ਮਿਸ ਹੋ ਗਿਆ, ਕਿਤੇ ਆਰਟੀਕਲ ਗਲਤ ਹੋ ਗਿਆ, ਬਹੁਤ ਸਿਲੀ ਮਿਸਟੇਕਸ ਹੋਣਗੀਆਂ। ਸੋ 90 to 120 ਵਰਡਸ ਵਿੱਚ ਟਰਾਈ ਕਰਿਓ ਕਿ ਆਪਣਾ ਫੈਦੀਵੇਰ ਤੁਸੀਂ ਕੰਪਲੀਟ ਕਰੋ। ਨਾਓ ਹੁਣ ਤੁਹਾਨੂੰ ਨਾ ਰਾਈਟਿੰਗ ਸੈਕਸ਼ਨ ਇਹ ਹਜੇ ਤੱਕ ਮੇ ਬੀ ਈਜ਼ੀ ਲੱਗ ਰਿਹਾ ਹੋਵੇ। ਹੁਣ ਇਹਦੇ ਵਿੱਚ ਦੋ ਤਿੰਨ ਜੋ ਤੁਹਾਨੂੰ ਹੋਰ ਪਤਾ ਹੋਣੇ ਚਾਹੀਦੀਆਂ ਨੇ ਚੀਜ਼ਾਂ। ਫਸਟ ਇਜ਼
ਜਿਵੇਂ ਮੈਂ ਦੱਸਿਆ ਪਾਸਟ ਦੇ ਵਿੱਚ ਲਿਖਣਾ, ਬਟ ਹੁਣ ਪਾਸਟ ਦੇ ਵਿੱਚ ਵੀ ਬਹੁਤ ਸਾਰੇ ਟੈਂਸਸ ਹੁੰਦੇ ਨੇ। ਜ਼ਿਆਦਾਤਰ ਆਪਾਂ ਨੇ ਪਾਸਟ ਸਿੰਪਲ ਯੂਜ਼ ਕਰਨਾ, ਪਾਸਟ ਸਿੰਪਲ ਟੈਂਸ, ਠੀਕ ਹੈ, ਜਿਹਨੂੰ ਆਪਾਂ ਕੀ ਕਹਿੰਦੇ ਆ, ਪਾਸੇ ਕੰਪੋਜ਼ੇ। ਸੋ ਬੇਸਿਕਲੀ ਫਸਟ ਆਪਾਂ ਯੂਜ਼ ਕਰਾਂਗੇ, ਟਰਾਈ ਕਰਨੀ ਆ ਕਿ ਨਿਊਜ਼ ਆਪਣੀ ਪਾਸੇ ਕੰਪੋਜ਼ੇ ਦੇ ਵਿੱਚ ਲਿਖੀਏ। ਹੁਣ ਸਟੂਡੈਂਟਸ ਦਾ ਮੇਨ ਡਾਊਟ ਇਹ ਹੁੰਦਾ ਕਿ ਆਪਾਂ ਲੈਟਸ ਸੇ ਪਾਸੇ ਕੰਪੋਜ਼ੇ ਦੇ ਵਿੱਚ ਸਾਰੀ ਨਿਊਜ਼ ਕਿ ਆਈ ਮੀਨ ਟੂ ਸੇ ਕਿ ਸਟੂਡੈਂਟਸ ਪੁੱਛਦੇ ਨੇ ਕਿ ਇਕੱਲਾ ਪਾਸੇ ਕੰਪੋਜ਼ੇ ਯੂਜ਼ ਕਰਕੇ ਸਾਰੀ ਨਿਊਜ਼ ਲਿਖ ਸਕਦੇ ਆ। ਸੋ ਦਾ ਸਿੰਪਲ ਆਨਸਰ ਇਜ਼ ਯੈਸ, ਆਪਾਂ ਲਿਖ ਸਕਦੇ ਆ, ਆਪਾਂ ਨੂੰ ਕੋਈ ਹੋਰ ਟੈਂਸ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਬਟ ਤੁਹਾਡਾ ਪਾਸੇ ਕੰਪੋਜ਼ੇ 'ਚ ਤੁਹਾਡਾ ਲਿਖਿਆ ਹੋਇਆ ਜੋ ਵੀ ਫੈਦੀ ਵੈਰ ਹੈ ਉਹ ਬਿਲਕੁਲ ਐਕੂਰੇਟ ਹੋਣਾ ਚਾਹੀਦਾ, ਬਹੁਤ ਘੱਟ ਮਿਸਟੇਕਸ ਹੋਣੀਆਂ ਚਾਹੀਦੀਆਂ ਨੇ। ਸੋ ਜਸਟ ਸਿੰਪਲ ਇੱਕ ਟੈਂਸ ਯੂਜ਼ ਕਰਕੇ ਸਾਰਾ ਇੰਸੀਡੈਂਟ ਡਿਸਕ੍ਰਾਈਬ ਕੀਤਾ ਜਾ ਸਕਦਾ। ਬਟ ਟਰਾਈ ਇਹ ਕਰਿਓ, ਰੈਕਮੈਂਡ ਮੈਂ ਇਹੀ ਕਰ ਰਹੀ ਹਾਂ ਕਿ ਵੇਰੀਏਸ਼ਨ ਆਫ ਟੈਂਸਸ ਯੂਜ਼ ਕਰੋ। ਅਨਪਰਫੈਕਟ ਟੈਂਸ, ਠੀਕ ਹੈ, ਮੀਨਸ ਪਾਸਟ ਕੰਟੀਨਿਊਸ ਟੈਂਸ, ਇਹਦੇ ਵੀ ਕੋਈ ਸੈਂਟੈਂਸਸ ਯੂਜ਼ ਕਰੋ ਤੁਸੀਂ, ਸੈਂਟੈਂਸਸ। ਦੈਨ ਪਲੁਸਕ ਪਾਰਫੇ ਵੀ ਡਿਡ, ਇਹ ਵੀ ਟੈਂਸ ਤੁਸੀਂ ਯੂਜ਼ ਕਰ ਸਕਦੇ ਹੋ, ਮੀਨਸ ਪਾਸਟ ਪਰਫੈਕਟ ਟੈਂਸ। ਸੋ ਇਹ 3 ਟੈਂਸਸ ਨੇ ਜਿਹੜੇ ਟਰਾਈ ਕਰੋ ਕਿ ਇਹਨਾਂ ਦੇ ਸੈਂਟੈਂਸਸ ਹੋਣ। ਅਨਦਰ ਥਿੰਗ, ਹੁਣ ਦੇਖੋ ਟੌਪਿਕ ਤਾਂ ਬਹੁਤ ਸਾਰੇ ਨੇ, ਮੈਂ ਜੋ ਤੁਹਾਨੂੰ PDF ਸ਼ੇਅਰ ਕਰੂੰਗੀ ਪ੍ਰੋਬੇਬਿਲਿਟੀ ਇਹੀ ਹੈ, ਮਤਲਬ 90-95% ਚਾਂਸਸ ਇਹੀ ਨੇ ਤੁਹਾਡਾ ਟੌਪਿਕ ਉਹੀ PDF ਚੋਂ ਆਊ, ਰਿਪੀਟਡ, ਕੋਈ ਉਹ 'ਚ ਚੇਂਜ ਨਹੀਂ ਹੋਣਾ, ਸੇਮ ਟੌਪਿਕ ਆਊਗਾ, ਠੀਕ ਹੈ। ਸੋ ਉਹ PDF ਮੈਂ ਤੁਹਾਨੂੰ ਪ੍ਰੋਵਾਈਡ ਕਰੂੰ, ਬਟ ਉਹ ਹਜੇ ਨਹੀਂ, ਜਸਟ 1 ਵੀਕ ਆਪਾਂ ਬਿਲਕੁਲ ਸਿੰਪਲ ਬੇਸਿਕ ਰਾਈਟਿੰਗਸ, ਬਹੁਤ ਈਜ਼ੀ ਟੌਪਿਕਸ ਤੇ ਆਪਾਂ ਲਿਖਣਾ ਸਿੱਖਾਂਗੇ। ਸੋ PDF ਮੈਂ ਬਾਅਦ ਵਿੱਚ ਪ੍ਰੋਵਾਈਡ ਕਰੂੰ। ਸੋ ਨਾਓ ਟੌਪਿਕ ਤਾਂ ਉਹ ਵਾਲੇ PDF ਦੇ ਵਿੱਚ ਅਰਾਊਂਡ 100 ਟੌਪਿਕਸ ਨੇ, ਠੀਕ ਹੈ, ਉਹ ਵੀ 100 ਦੇ ਵਿੱਚੋਂ ਆਲਮੋਸਟ ਆਪਾਂ 50 ਟੌਪਿਕਸ ਕਰਾਂਗੇ ਜਿਹੜੇ ਮੋਸਟ ਰਿਪੀਟਡ ਨੇ ਅਕੋਰਡਿੰਗ ਟੂ ਮੀ, ਠੀਕ ਹੈ। ਸੋ ਜਸਟ ਆਪਾਂ 50 ਟੌਪਿਕਸ ਲਿਖਾਂਗੇ ਐਗਜ਼ਾਮ ਤੱਕ। ਨਾਓ ਦ ਥਿੰਗ ਇਜ਼ ਕਿ ਡੇਲੀ ਕੰਸਿਸਟੈਂਟ ਹੋ ਕੇ ਲਿਖ ਕੇ ਮੈਨੂੰ ਸ਼ੇਅਰ ਕਰਨਾ, ਇਹੀ ਇੰਪੋਰਟੈਂਟ ਹੈ, ਠੀਕ ਹੈ। ਚਾਹੇ ਤੁਸੀਂ ਸਾਰਾ ਗਲਤ ਲਿਖ ਕੇ ਅਟੈਂਪਟ ਕਰ ਲਓ, ਠੀਕ ਹੈ, ਜਿਵੇਂ ਬਿਲਕੁਲ ਤੁਸੀਂ ਬਿਗਨਰ ਹੋ, ਦੈਟ ਡਜ਼ਨਟ ਮੈਟਰ, ਜਸਟ ਡੇਲੀ ਲਿਖਣਾ ਮੈਟਰ ਕਰਦਾ, ਠੀਕ ਹੈ। ਸੋ ਹੁਣ ਇੱਕ ਫੈਦੀ ਵੈਲ ਲਿਖਣ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 25 ਮਿੰਟਸ ਦੀ ਤਾਂ ਲਿਮਿਟ ਹੁੰਦੀ ਹੈ, ਬਟ ਤੁਸੀਂ ਬਿਲਕੁਲ ਬਿਗਨਰ ਹੋ, ਜਦੋਂ ਤੁਸੀਂ ਲਿਖਣ ਲੱਗੋਗੇ ਤੁਹਾਨੂੰ ਐਟਲੀਸਟ 30-40 ਮਿੰਟਸ ਇੱਕ ਫੈਦੀ ਵੈਲ ਲਿਖਣ ਨੂੰ ਲੱਗੂ ਸਟਾਰਟਿੰਗ ਦੇ ਵਿੱਚ। ਬਟ ਸਲੋਲੀ ਤੁਹਾਡੀ ਸਪੀਡ ਬੜੀ ਡਿਵੈਲਪ ਹੋ ਜੂਗੀ, ਤਾਂ ਤੁਸੀਂ ਇੱਕ ਫੈਦੀ ਵੈਰ 15 ਮਿੰਟਸ 20 ਮਿੰਟਸ ਦੇ ਵਿੱਚ ਕੰਪਲੀਟ ਕਰ ਦੋਗੇ, ਕਿਉਂਕਿ ਐਟ ਦੀ ਐਂਡ ਹੈਗੇ ਤਾਂ ਉਹ 8-9 ਲਾਈਨਸ ਹੀ ਨੇ। ਸੋ ਕੰਸੀਡਰ ਕਰਿਓ ਕਿ ਡੇਲੀ ਤੁਸੀਂ ਐਟਲੀਸਟ ਇੱਕ ਫੈਦੀ ਵੈਰ ਮੈਨੂੰ ਲਿਖ ਕੇ ਸ਼ੇਅਰ ਕਰੋ, ਸੋ ਦੈਟ ਆਪਣਾ ਪ੍ਰੋਗਰੈਸ ਹੋ ਸਕੇ, ਕਿਉਂਕਿ ਇਹ ਵਾਲਾ ਵੀਕ ਆਪਾਂ ਰਾਈਟਿੰਗ ਸੈਕਸ਼ਨ A ਨੂੰ ਦੇਵਾਂਗੇ ਅਲੋਂਗ ਵਿਦ ਸਪੀਕਿੰਗ ਸੈਕਸ਼ਨ A। ਨਾਓ ਹੁਣ ਦੇਖੋ ਟੌਪਿਕਸ ਤਾਂ ਜਿੰਨਾ ਟੌਪਿਕ ਚੇਂਜ ਹੁੰਦਾ ਜਾਊਗਾ ਉਹਦੀ ਵਕੈਬ ਵੀ ਚੇਂਜ ਹੁੰਦੀ ਜਾਊਗੀ, ਠੀਕ ਹੈ। ਹੁਣ ਟੌਪਿਕ ਹੈਗਾ ਸੀ ਦ ਬੇਬੀ ਫੈਲ ਫਰੋਮ ਦ ਸਟੇਅਰਸ, ਹੁਣ ਇਹਦੇ ਵਿੱਚ ਵਕੈਬ ਕਿਸ ਟਾਈਪ ਦੀ ਆਉਣੀ ਚਾਹੀਦੀ ਸੀ, ਫੈਮਿਲੀ ਰਿਲੇਟਡ ਵਕੈਬ ਆਉਣੀ ਚਾਹੀਦੀ ਸੀ। ਦ ਚਾਈਲਡ ਡਿਸਅਪੀਅਰਡ ਇਨ ਦ ਗਾਰਡਨ, ਇਹ 'ਚ ਵਕੈਬ ਥੋੜੀ ਜੀ ਕ੍ਰਾਈਮ ਨਾਲ ਰਿਲੇਟਡ, ਕਿ ਲੈਟਸ ਸੇ ਸਮਵਨ ਕਿਡਨੈਪ ਦੈਟ ਚਾਈਲਡ, ਕੁਛ ਇਸ ਤਰ੍ਹਾਂ ਦਾ ਜੇ ਆਪਾਂ ਇਹਨੂੰ ਫਾਰਮ ਕਰ ਰਹੇ ਹਾਂ ਤਾਂ ਹੁਣ ਆਪਾਂ ਨੂੰ ਕਿਡਨੈਪਿੰਗ ਔਰ ਕ੍ਰਿਮੀਨਲ ਜੋ ਵੀ ਵਕੈਬਲਰੀ ਹੈ ਰਿਲੇਟਡ ਟੂ ਕ੍ਰਾਈਮ, ਉਹ ਪਤਾ ਹੋਣੇ ਚਾਹੀਦੇ ਨੇ ਵਰਡਸ। ਸੋ ਆਈ ਮੀਨ ਟੂ ਸੇ ਡਿਪੈਂਡਿੰਗ ਅਪੋਨ ਦ ਟੌਪਿਕ ਤੁਹਾਡੀ ਵਕੈਬ ਵੀ ਬਹੁਤ ਵੇਰੀਏਸ਼ਨ ਵਾਲੀ ਹੋਣੀ ਚਾਹੀਦੀ ਹੈ। ਤੇ ਇੱਕ ਦਿਨ ਦੇ ਵਿੱਚ ਇਹ ਚੀਜ਼ਾਂ ਆਪਾਂ ਨਹੀਂ ਸਿੱਖ ਸਕਦੇ, ਜਿੰਨਾ ਵੀ ਮੈਂ ਤੁਹਾਨੂੰ ਅੱਜ ਦੱਸਿਆ, ਜੇ ਮੈਂ ਕਹਾਂ ਕਿ ਤੁਹਾਨੂੰ ਮੈਂ ਸਾਰਾ ਕੁਝ ਹੁਣ ਦੱਸ ਦਿੱਤਾ ਕਿ ਹੁਣੇ ਮੈਨੂੰ ਫੈਦੀ ਵੈਲ ਲਿਖ ਕੇ ਦਿਖਾਓ, ਇਹ ਪੋਸੀਬਲ ਨਹੀਂ। ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗੂ ਇਹਨਾਂ ਨੂੰ ਟੌਪਿਕਸ ਨੂੰ ਥੋੜਾ ਐਕਸਪਲੋਰ ਕਰਨ ਨੂੰ, ਜਾਂ ਸਾਰੀ ਥੀਮ ਵਾਈਜ਼ ਵਕੈਬ ਸਿੱਖਣ ਨੂੰ। ਸੋ ਵਕੈਬ ਦਾ ਜੋ ਮੈਂ ਤੁਹਾਨੂੰ ਸਿੰਪਲ ਵੇ ਦੱਸ ਸਕਦੀ ਹਾਂ, ਜੋ ਵੀ ਮੈਂ ਤੁਹਾਨੂੰ ਟੌਪਿਕ ਲਿਖਣ ਨੂੰ ਕਹਿ ਰਹੀ ਹਾਂ, ਅਕੋਰਡਿੰਗ ਟੂ ਦ ਟੌਪਿਕ ਪਹਿਲਾਂ ਤੁਸੀਂ ਵਰਡਸ ਸੋਚੋ ਕਿ ਕੀ ਤੁਸੀਂ ਐਡ ਕਰ ਸਕਦੇ ਹੋ, ਤੇ ਫਿਰ ਤੁਸੀਂ ਉਹ ਵਰਡਸ ਨੂੰ ਪਹਿਲਾਂ ਸਿੱਖੋ, ਯਾਦ ਕਰੋ, ਫਿਰ ਆਪਣੀ ਰਾਈਟਿੰਗ 'ਚ ਇਨਕਲੂਡ ਕਰੋ, ਠੀਕ ਹੈ। ਸੋ ਇਹੀ ਮੈਥਡ ਹੈ। ਦੈਨ
ਆਲਸੋ ਜਦੋਂ ਤੁਹਾਨੂੰ PDF ਹੀ ਮੈਂ ਪ੍ਰੋਵਾਈਡ ਕਰ ਦਿੱਤਾ, ਉਹ 'ਚ ਸੈਂਪਲ ਆਨਸਰਸ ਹੈਗੇ ਨੇ, ਉਹ ਰੀਡ ਕਰਕੇ ਦੇਖੋਗੇ ਜਦੋਂ ਸੈਂਪਲ ਆਨਸਰਸ, ਤੁਹਾਡੀ ਅਕੋਰਡਿੰਗ ਟੂ ਦਾ ਟੌਪਿਕ ਵਕੈਬ ਵੀ ਬੈਟਰ ਹੁੰਦੀ ਜਾਊ। ਸੋ ਵੇਟ, ਓਕੇ, ਸੋ ਮੈਂ ਆਪਣੀ ਕੋਈ ਰਾਈਟਿੰਗ ਓਪਨ ਕੀਤੀ ਹੈ। ਐਂਡ ਅਨਦਰ ਥਿੰਗ, ਤੁਹਾਡੀਆਂ ਮਿਸਟੇਕਸ ਐਗਜ਼ਾਮ ਵਿੱਚ ਰਾਈਟਿੰਗ ਮਿਸਟੇਕਸ ਐਕਸੈਪਟੇਬਲ ਨੇ, ਠੀਕ ਹੈ। ਸੋ ਜਸਟ ਜੇ ਤੁਹਾਡੀਆਂ ਰਾਈਟਿੰਗ ਦੇ ਵਿੱਚ ਲੈਟਸ ਸੇ 4-5 ਮਿਸਟੇਕਸ ਨੇ, 6 ਮਿਸਟੇਕਸ ਨੇ, ਬਹੁਤ ਐਕਸੈਪਟੇਬਲ ਨੇ। ਈਵਨ ਜਦੋਂ ਮੈਂ ਰਾਈਟਿੰਗ ਕੀਤੀ ਸੀ ਐਗਜ਼ਾਮ ਵਿੱਚ, ਆਈ ਸਟਿਲ ਰਿਮੈਂਬਰ ਮੇਰੀਆਂ 5-6 ਸਪੈਲਿੰਗ ਮਿਸਟੇਕ ਸੀ, ਤੇ ਮੈਨੂੰ ਉਹ ਪ੍ਰੋਪਰ ਵਰਡਸ, ਮਤਲਬ ਮੈਂ ਬੜੀ ਡਾਊਟਫੁਲ ਸੀ ਡਿਊਰਿੰਗ ਮਾਈ ਐਗਜ਼ਾਮ, ਰਾਈਟਿੰਗ ਐਗਜ਼ਾਮ, ਤੇ ਮੈਨੂੰ ਲੱਗ ਰਿਹਾ ਸੀ ਕਿ ਮੇ ਬੀ ਇਹ ਵਰਡਸ ਗਲਤ ਹੋਣਗੇ, ਤੇ ਉਹ ਗਲਤ ਸੀ ਵਰਡ, ਬਟ ਸਟਿਲ ਮੇਰੇ ਰਾਈਟਿੰਗ ਦੇ ਵਿੱਚੋਂ ਸਪੈਸੀਫਿਕਲੀ C1+ ਲੈਵਲ ਆਇਆ ਸੀ। ਸੋ ਆਈ ਮੀਨ ਟੂ ਸੇ ਕਿ ਰਾਈਟਿੰਗ ਦੇ ਵਿੱਚ ਮਿਸਟੇਕਸ ਤੁਹਾਡੀਆਂ ਐਕਸੈਪਟੇਬਲ ਨੇ। ਦ ਥਿੰਗ ਇਜ਼ ਕਿ ਤੁਹਾਡੇ ਸਾਰੇ ਜਿਹੜੇ ਐਲੀਮੈਂਟਸ ਨੇ ਉਹ ਵੀ ਕਵਰ ਹੋਣੇ ਚਾਹੀਦੇ ਨੇ, ਠੀਕ ਹੈ। ਤੁਹਾਡੇ ਟੈਂਸਸ ਵੀ ਸਹੀ ਵੇ ਦੇ ਵਿੱਚ ਯੂਟੀਲਾਈਜ਼ ਹੋਣੇ ਚਾਹੀਦੇ ਨੇ। ਜੇ ਤੁਸੀਂ 2-4 ਮਿਸਟੇਕਸ ਕਰ ਵੀ ਦਿੰਦੇ ਹੋ, ਦੈਟਸ ਫਾਈਨ। ਸੋ ਜਿਵੇਂ ਦੇਖੋ, ਇਹ ਵਾਲੀ ਮੇਰੀ ਐਗਜ਼ਾਮ ਤੋਂ ਪਹਿਲਾਂ ਦੀ ਰਾਈਟਿੰਗ ਹੈ, ਫੈਦੀਵੇਅਰ ਰਾਈਟਿੰਗ, ਵੇਟ, ਦਿਸ ਵਨ। ਸੋ ਦੇਖੋ ਇੱਥੇ ਦ ਵਰਡ ਇਜ਼ ਸ਼ੀਆਂ, ਤੇ ਇਹ ਇੱਥੇ ਮੈਂ ਗਲਤ ਲਿਖਿਆ ਹੋਇਆ, ਦੈਨ ਇਹ ਵਰਡ ਵੀ ਗਲਤ ਹੈ, ਦੈਨ ਅਗੇਨ ਇੱਥੇ ਸਪੇਸ ਨਹੀਂ ਹੈਗੀ। ਸੋ ਦੇਖੋ 2-3 ਮਿਸਟੇਕਸ ਨੇ, ਬਟ ਜੇ ਤੁਸੀਂ ਇਹਦਾ ਰਾਈਟਿੰਗ ਦਾ ਲੈਵਲ ਦੇਖੋ ਤਾਂ ਇਹ ਹੈਗਾ CLB 8 ਜਾਂ CLB 9 ਲੈਵਲ ਦੀ ਰਾਈਟਿੰਗ। ਸੋ ਜਸਟ ਇਹ ਚੀਜ਼ਾਂ ਟਾਈਮ ਦੇ ਨਾਲ ਤੁਹਾਨੂੰ ਸਮਝ ਲੱਗਣਗੀਆਂ। ਅਜੇ ਮੇ ਬੀ ਤੁਹਾਨੂੰ ਇਹ ਕਾਫੀ ਓਵਰਵੈਲਮਿੰਗ ਲੱਗ ਰਿਹਾ ਹੋਵੇ। ਅਨਦਰ ਥਿੰਗ, ਇਹ ਆਪਾਂ ਆਫਟਰ 10 ਮਿੰਟਸ ਕੋਈ ਮੇਰੀ ਰਾਈਟਿੰਗ ਡਿਸਕਸ ਕਰਾਂਗੇ। ਜਸਟ ਹਜੇ ਤੁਸੀਂ ਇਹ ਚੀਜ਼ ਤੇ ਫੋਕਸ ਕਰੋ, ਜੋ ਵੀ ਮੈਂ ਤੁਹਾਨੂੰ ਅੱਜ ਦੱਸਿਆ ਸੇਮ ਉਹੀ ਲਾਈਨਸ ਮੈਂ ਲਿਖੀਆਂ ਹੋਈਆਂ ਨੇ। ਦੇਖੋ, ਦ ਇਵੈਂਟਸ ਹੈਪਨਡ ਅਰਾਊਂਡ 12 o'clock yesterday in one of the parks of the area of Paris, ठीक है। Then a man aged of 78 years had the surprise of his life when whatever he was doing, ठीक है। ਸੋ ਦੇਖੋ ਸੇਮ ਜੋ ਮੈਂ ਤੁਹਾਨੂੰ ਦੱਸਿਆ ਉਹਦੇ ਨਾਲ ਹੀ ਮੈਂ ਸਟਾਰਟਿੰਗ ਕੀਤੀ ਹੋਈ ਹੈ ਆਪਣੀ ਰਾਈਟਿੰਗ ਦੀ। ਸੋ ਇਹ ਆਪਾਂ ਡਿਟੇਲ ਵਿੱਚ ਆਫਟਰ 10 ਮਿੰਟਸ ਡਿਸਕਸ ਕਰਦੇ ਹਾਂ। ਸੋ ਮੈਂ ਤੁਹਾਨੂੰ ਦੁਬਾਰਾ ਲਿੰਕ ਸ਼ੇਅਰ ਕਰਦੀ ਹਾਂ।